ओके स्टूडेंट अज का ग्राफ है जी अपना बार बट उस स्टार्ट करने तो पहला एक इंपॉर्टेंट इन्फॉर्मेशन जो स्टूडेंट हमेशा अवॉइड करते हैं वो है ये क्वेश्चन के नाल लिखी हुई लाइन प्लीज इनू समझ लो समराइज द इंफॉर्मेशन बाय सिलेक्टिंग एंड रिपोर्टिंग द मेन फीचर्स थोनू सिर्फ मेन फीचर्स ਨੂੰ ही सिलेक्ट एंड रिपोर्ट करने ਲਈ ਕਿਹਾ ਗਿਆ ਹੈ ਨਾ ਕਿ ਪੂਰਾ ਗ੍ਰਾਫ ਨੂੰ ਤੁਸੀਂ ਪੂਰਾ ਗ੍ਰਾਫ ਰਿਪੋर्ट कर ਦਿੰਦੇ ਹੋ ਇਸੇ ਕਰਕੇ ਤੁਹਾਡੇ ਮਾਰਕਸ ਡਿਡਕਟ ਹੋ ਜਾਂਦੇ ਨੇ एंड मेक कंपैरिजन वेयर रेलेवेंट हर जगह ते कंपैरिजन नहीं करना है जिथे रेलेवेंट होवे जिथे काफ़ी ज़्यादा डिफरेंस होवे उत्थे ही रिपोर्ट करो तो प्लीज़ इस चीज़ ਨੂੰ ध्यान रखो ਹੁਣ ਆਪਾਂ ਸਟਾਰਟ ਕਰਦੇ ਹਾਂ ਤੇ ਉਸ ਚੀਜ਼ ਨੂੰ ਮੈਂ ਐਕਸਪਲੇਨ ਕਰੂੰਗਾ ਕਿ ਕਿਸ ਕਿਸ ਚੀਜ਼ ਨੂੰ ਆਪਾਂ ਰਿਪੋਰਟ ਕੀਤਾ ਔਰ ਕਿਸ ਚੀਜ਼ ਨੂੰ ਆਪਾਂ ਅਵੋਇਡ ਕੀਤਾ ਓਕੇ ਕੁਐਸਚਨ ਤੇ ਆਨੇ ਆ ਪਹਿਲਾਂ The charts below give information about USA marriage and divorce rates between 1970 and 2000 and the marital status of adult Americans in two of the years ਉਹਨਾਂ ਦੋਨਾਂ ਸਾਲਾਂ ਦੇ ਵਿੱਚ ਓਕੇ ਜੀ ਫਸਟ ਗ੍ਰਾਫ ਜਿਹੜਾ ਹੈ ਉਹ ਨੰਬਰ ਆਫ ਮੈਰਿजेस ਤੇ ਡਿਵੋਰਸ ਰੇਟਸ ਦੱਸ ਰਿਹਾ ਹੈਗਾ ਮਿਲੀਅਨਸ ਦੇ ਵਿੱਚ ਡਾਟਾ ਹੈਗਾ from 1970 to 2000 ਸਿੰਪਲ ਸੈਕੰਡ ਗ੍ਰਾਫ ਦੇ ਵਿੱਚ ਮੈਰਿਟਲ ਸਟੇਟਸ ਦੱਸਿਆ ਗਿਆ ਅਮਰੀਕਨਸ ਦਾ ਪਰਸੈਂਟੇਜ ਦੇ ਵਿੱਚ ਡਾਟਾ ਹੈ ਉਹ ਥੱਲੇ ਕੈਟਾਗਰੀਜ਼ ਨੇ ਸਭ ਤੋਂ ਪਹਿਲਾਂ ਰੀਫਰੇਸ ਕਰਾਂਗੇ ਕੁਐਸਚਨ ਨੂੰ The first bar chart illustrates changes in the number of marriages and divorce rate in the USA. ਫਸਟ ਚਾਰਟ ਦੱਸ ਰਿਹਾ ਹੈਗਾ ਜੀ ਚੇਂजेस ਜਿਹੜੇ ਹੋਏ ਨੇ ਨੰਬਰ ਆਫ ਮੈਰਿजेस ਐਂਡ ਡਿਵੋਰਸ ਰੇਟਸ ਦੇ ਵਿੱਚ ਯੂਐਸਏ ਦੇ ਵਿੱਚ ਵਾਈਲ ਜਦਕਿ ਪੰਜਾਬੀ ਦਾ ਹੋਇਆ ਮੀਨਿੰਗ ਇਹਦਾ ਜਦਕਿ ਦੂਸਰਾ ਚਾਰਟ ਕੀ ਕਹਿ ਰਿਹਾ ਦਾ ਸੈਕੰਡ ਚਾਰਟ ਸ਼ੋਜ਼ ਫਿਗਰਸ ਆਫ ਦੀ ਮੈਰਿਟਲ ਸਟੇਟਸ ਆਫ ਅਮਰੀਕਨ ਅਡਲਟਸ in 1970 and 2000 ਦੋ ਲਾਈਨਾਂ ਨੂੰ ਸਿੰਪਲ ਰੀਫਰੇਸ ਕੀਤਾ ਜੀ ਵਾਈਲ ਦੇ ਸਟਰਕਚਰ ਨਾਲ ਆਪਸ ਚ ਕਨੈਕਟ ਕੀਤਾ ਨੈਕਸਟ ਜੀ ਓਵਰਆਲ ਐਜ਼ ਯੂ ਨੋ ਓਵਰਆਲ ਦੇ ਵਿੱਚ ਆਪਾਂ ਕੋਈ ਵੀ ਪਰਸੈਂਟੇਜ ਜਾਂ ਮਿਲੀਅਨ ਦੇ ਵਿੱਚ ਡਾਟਾ ਐਡ ਨਹੀਂ ਕਰਾਂਗੇ ਸਿੰਪਲ ਓਵਰਆਲ ਜੋ ਵੀ ਆਪਾਂ ਨੂੰ ਵਿਊ ਮਿਲ ਰਿਹਾ ਉਹਨੂੰ ਆਪਾਂ ਦੱਸਾਂਗੇ ਇਟ ਇਜ਼ ਐਵੀਡੈਂਟ ਦੈਟ ਸੋ ਇਟ ਇਜ਼ ਕਲੀਅਰ ਦੈਟ ਐਵੀਡੈਂਟ ਦਾ ਮੀਨਿੰਗ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਲੀਅਰ ਦੈਟ it is evident that there was a fall in the number of marriages in the USA between 1970 and 2000 number of marriages ਦੇ ਵਿੱਚ fall ਆਇਆ ਜੀ ਜਿਵੇਂ ਕਿ ਤੁਸੀਂ ਬਲੂ ਦੇਖ ਰਹੇ ਹੋ ਘਟ ਰਿਹਾ ਹੈਗਾ throughout the period of time The majority of adults Americans were married in both years. Majority of Americans ਕੀ ਸੀ ਜੀ married ਸੀਗੇ. However, the proportion of single adults was higher in 2000. ਹਾਲਾਂਕਿ ਜਿਹੜੇ single adults ਨੇ ਉਹ higher ਸੀਗਾ 2000 ਚ. ਓਕੇ ਜੀ ਉਹਨਾਂ ਨੇ ਜੀ ਬੋਡੀ ਪੈਰਾਗ੍ਰਾਫ 1 ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਸ ਚੀਜ਼ ਨੂੰ ਐਕਸਪਲੇਨ ਕਰਾਂਗੇ ਕਿ ਨੰਬਰ ਆਫ ਮੈਰਿजेस ਤੇ ਡਿਵੋਰਸ ਰੇਟਸ ਕਿੰਨੇ ਸੀ In 1970, there were 2.5 million marriages in the USA. Starting ਦੇ ਵਿੱਚ 2.5 million marriages ਸੀਗੀ ਜੀ 1970 ਦੇ ਵਿੱਚ ਜੋ ਕਿ ਕਲੀਅਰ ਹੈ ਇੱਥੇ Although the marriage rate remained stable in 1980, ਹਾਲਾਂਕਿ ਜਿਹੜਾ ਉਹ ਸਟੇਬਲ ਹੀ ਰਿਹਾ ਇੱਥੇ ਕੰਪਲੈਕਸ ਸੈਂਟੈਂਸ ਦੀ ਵਰਤੋਂ ਹੋ ਰਹੀ ਹੈ although ਨੂੰ ਲਗਾ ਕੇ although ਦਾ ਪੰਜਾਬੀ ਮੀਨਿੰਗ ਹਾਲਾਂਕਿ ਮੈਰਿਜ ਰੇਟ ਸਟੇਬਲ ਰਿਹਾ 1980 ਤੱਕ ਉਸ ਤੋਂ ਬਾਅਦ ਬਟ ਕੋਮਾ ਆਪਣਾ ਜਿਹੜਾ ਹੁੰਦਾ ਉਹ ਬਟ ਦੇ ਵਿੱਚ ਕਾਊਂਟ ਹੁੰਦਾ ਬਟ ਇਟ ਫੈਲ ਟੂ 2 ਮਿਲੀਅਨ ਬਾਈ ਦੀ ਈਅਰ 2000 ਬਟ ਘਟਦੇ ਹੋਏ ਐਂਡ ਤੱਕ 2000 ਦੇ ਵਿੱਚ ਉਹ 2 ਮਿਲੀਅਨ ਤੇ ਫੋਲ ਕਰ ਗਿਆ ਹੁਣ ਅੰਡਰਸਟੈਂਡ ਕਰੋ ਕਿ ਆਹ ਵਾਲਾ ਡਾਟਾ ਜਿਹੜਾ 1990 ਦਾ ਸੀ ਇਹ ਦਿਖਾਣਾ ਆਪਣੇ ਲਈ ਇੰਪੋਰਟੈਂਟ ਨਹੀਂ ਸੀ ਸੋ ਆਪਾਂ ਇਸ ਚੀਜ਼ ਨੂੰ ਅਵੋਇਡ ਕੀਤਾ ਨੈਕਸਟ ਜੀ ਇਨ ਕੰਟਰਾਸਟ ਹੁਣ ਉਲਟੇ ਹੱਥ ਆ ਗਏ ਇਨ ਕੰਟਰਾਸਟ ਦਾ ਮਤਲਬ ਹੁੰਦਾ ਔਨ ਦੀ ਅਦਰ ਹੈਂਡ ਇਨ ਕੰਟਰਾਸਟ ਦਾ ਡਾਈਵੋਰਸ ਰੇਟ peaked in 1980 ਡਿਵੋਰਸ ਰੇਟ ਜਿਹੜਾ ਹੋਇਆ 1980 ਦੇ ਵਿੱਚ ਪੀਕ ਤੇ ਗਿਆ ਬਾਕੀ ਸਾਰਿਆਂ ਚ ਘੱਟ ਸੀ 1980 ਦੇ ਵਿੱਚ ਕਾਫੀ ਪੀਕ ਤੇ ਗਿਆ at nearly 1.5 divorces nearly 1.5 divorces ਸੀ ਹੁਣ ਯਾਦ ਰੱਖੋ ਨੀਅਰਲੀ ਨੂੰ ਮੈਂ ਬਲੂ ਦੇ ਵਿੱਚ ਹਾਈਲਾਈਟ ਕੀਤਾ ਤਾਂ ਕਿ ਇਹ ਲਿਖਣਾ ਜ਼ਰੂਰੀ ਹੁੰਦਾ ਹੈ ਬਿਕੋਜ਼ ਐਗਜ਼ੈਕਟਲੀ 1.5 ਨਹੀਂ ਹੈਗਾ ਉਹ ਆਲਮੋਸਟ ਹੈ ਆਲਮੋਸਟ ਯੂਜ਼ ਕਰ ਸਕਦੇ ਹੋ ਨੀਅਰਲੀ ਯੂਜ਼ ਕਰ ਸਕਦੇ ਹੋ ਰਫਲੀ ਯੂਜ਼ ਕਰ ਸਕਦੇ ਹੋ ਸੋ ਇਹ ਲਿਖਣਾ ਜ਼ਰੂਰੀ ਹੈ at nearly 1.5 million divorces before falling back to 1 million at the end of the period. दोबारा 1 million ਤੇ ਗਿਰਿਆ ਉਹ at the end of the period. Before falling back to 1 million at the end of the period. ਇਹਦੇ ਨਾਲ ਪਤਾ ਲੱਗ ਗਿਆ ਕਿ 1970 ਦੇ ਵਿੱਚ ਵੀ 1 million ਹੀ ਸੀ. ਸੋ ਅੰਡਰਸਟੈਂਡ ਕਰੋ 1970 ਨੂੰ ਇੱਥੇ ਲਿਖਣਾ ਜ਼ਰੂਰੀ ਨਹੀਂ ਸੀ 1990 ਨੂੰ ਲਿਖਣਾ ਜ਼ਰੂਰੀ ਨਹੀਂ ਸੀ ਬਿਕੋਜ਼ ਨਹੀਂ ਡਾਟਾ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦਾ Next जी नीचे आने marital status थे further another 70% of around 70% of American adults were married in 1970 ਇੱਥੇ around ਨੂੰ ਆਪਾਂ highlight ਕਰਨਾ ਸੀ
ਸੌਰੀ ਮੈਂ ਭੁੱਲ ਗਿਆ, ਬਟ ਅਰਾਊਂਡ ਦਾ ਫੇਰ ਐਗਜ਼ੈਕਟ ਮੀਨਿੰਗ ਉਹੀ ਹੈ ਕਿ ਅਰਾਊਂਡ 70% ਕਿ ਆਲਮੋਸਟ 70% ਹੈਗੇ ਨੇ। ਇੱਥੇ ਆਪਾਂ ਨੂੰ ਕਲੈਰਿਟੀ ਨਹੀਂ ਮਿਲ ਰਹੀ ਹੈ ਇੰਨੀ, ਤਾਂ ਆਪਾਂ ਅਰਾਊਂਡ ਰਫਲੀ ਐਜ਼ ਏ ਵਰਡ ਯੂਜ਼ ਕਰਨੇ ਆ। ਅਰਾਊਂਡ 70% ਆਫ ਅਮਰੀਕਨ ਅਡਲਟ ਵਰ ਮੈਰਿਡ ਇਨ 1970, ਬਟ ਦਿਸ ਫਿਗਰ ਡ੍ਰੌਪਡ, ਇਹ ਫਿਗਰ ਜਿਹੜੀ ਹੈ ਕਿ ਜੀ ਘਟ ਗਈ ਟੂ ਜਸਟ ਅੰਡਰ 60%। ਹੁਣ ਇੱਥੇ ਜਸਟ ਅੰਡਰ ਲਿਖਿਆ ਕਿਉਂਕਿ ਐਗਜ਼ੈਕਟਲੀ 60% ਨਹੀਂ ਹੈ, ਥੋੜਾ ਜਿਹਾ ਨੀਚੇ ਉਸ ਤੋਂ, ਤਾਂ ਆਪਾਂ ਯੂਜ਼ ਕੀਤਾ ਜਸਟ ਅੰਡਰ 60% ਬਾਏ 2000 ਆਂਦੇ ਆਂਦੇ ਤੱਕ। ਉਸ ਤੋਂ ਬਾਅਦ ਜੀ ਐਟ ਦੀ ਸੇਮ ਟਾਈਮ, ਉਸੇ ਸਮੇਂ ਤੇ, ਇੱਥੇ ਕਨੈਕਟਰ ਲਗਾਇਆ ਕਿ ਐਟ ਦੀ ਸੇਮ ਟਾਈਮ ਕਿਉਂਕਿ ਕੋਈ ਟਾਈਮ ਡਿਫਰੈਂਸ ਇੰਨਾ ਜ਼ਿਆਦਾ ਨਹੀਂ ਹੈ, ਤਾਂ ਉਸੇ ਸਮੇਂ ਤੇ ਕੀ ਹੋ ਰਿਹਾ ਸੀ, the proportion of unmarried people and divorcees rose by about 10% in total। ਜਿਹੜੇ unmarried ਤੇ divorcees ਸੀ ਉਹਨਾਂ ਦੀ percentage by 10%, about 10% ਦੇ ਹਿਸਾਬ ਨਾਲ ਵਧੀ ਹੈ। exactly 10 ਨਹੀਂ, but around 10% ਦੇ ਹਿਸਾਬ ਨਾਲ ਵਧੀ ਹੈ ਇੱਥੇ ਵੀ ਜੀ ਤੇ divorced ਵੀ। ਐਂਡ ਲਾਸਟ ਤੇ ਰਹਿ ਗਿਆ ਜੀ the proportion of widowed Americans was slightly lower in 2000। ਇਹਦੇ ਵਿੱਚ ਆਪਾਂ ਇਹਦੀ percentage 1970 ਦੀ ਤੇ 2000 ਦੇ ਵਿੱਚ ਨਹੀਂ ਲਿਖ ਰਹੇ ਹਾਂ, ਆਪਾਂ ਸਿੱਧਾ ਬਸ ਇਹ ਕਹਿ ਰਹੇ ਹਾਂ ਕਿ ਹਲਕੀ ਜੀ percentage ਜੋ ਹੈ ਕਿ ਘਟੀ ਹੈ। ਅੰਡਰਸਟੈਂਡ ਕਰੋ ਕਿ ਹਰ ਡਾਟਾ ਲਿਖਣਾ ਜ਼ਰੂਰੀ ਨਹੀਂ ਹੈ, ਜਿਹਦੇ ਵਿੱਚ ਡਿਫਰੈਂਸਿਸ ਜ਼ਿਆਦਾ ਹੁੰਦੇ ਨੇ। ਇਹਦੇ ਵਿੱਚ ਡਿਫਰੈਂਸ ਕਾਫੀ ਜ਼ਿਆਦਾ ਸੀ, ਮੈਰਿਡ 'ਚ ਡਿਫਰੈਂਸ ਕਾਫੀ ਜ਼ਿਆਦਾ ਸੀ, ਡਾਈਵੋਰਸ ਦੇ ਵਿੱਚ ਡਿਫਰੈਂਸ ਕਾਫੀ ਜ਼ਿਆਦਾ ਸੀ। ਸੋ ਆਪਾਂ ਰੈਲੇਵੈਂਟ ਡਾਟਾ ਨੂੰ ਡਿਸਕ੍ਰਾਈਬ ਕੀਤਾ ਰੈਦਰ ਦੈਨ ਜਿਹਦੇ ਵਿੱਚ ਮਾਈਨਰ ਚੇਂਜਸ ਆਉਂਦੇ ਨੇ। ਇਹ ਇਸ ਲਾਈਨ ਨੂੰ ਆਪਣੇ ਧਿਆਨ ਨਾਲ ਦੇਖਣਾ ਕਿ ਸਿਲੈਕਟਿੰਗ ਐਂਡ ਰਿਪੋਰਟਿੰਗ ਦਾ ਮੇਨ ਫੀਚਰਸ। ਕਈ ਵਾਰ ਗ੍ਰਾਫ ਦੇ ਵਿੱਚ ਡਾਟਾ ਬਹੁਤ ਹੁੰਦਾ, ਸੋ ਆਪਾਂ ਸਿਰਫ ਮੇਨ ਫੀਚਰ ਦੇ ਉੱਤੇ ਹੀ ਟਾਰਗੇਟ ਰੱਖਣਾ। ਇਹਦੇ ਵਿੱਚ ਕਨੈਕਟਰ ਯੂਜ਼ ਕੀਤੇ ਗਏ ਨੇ ਜੀ ਵਾਈਲ, ਹਾਊਐਵਰ, ਆਲਦੋ ਦਾ ਕੰਪਲੈਕਸ ਸੈਂਟੈਂਸ ਹੈ ਜੀ। ਉਸ ਤੋਂ ਬਾਅਦ ਦੋ ਲਾਈਨਾਂ ਨੂੰ ਜੁਆਇਨ ਕੀਤਾ ਗਿਆ ਬਿਫੋਰ ਦੇ ਨਾਲ। ਇਸ ਤੋਂ ਇਲਾਵਾ ਜਦੋਂ ਪਰਸੈਂਟੇਜ ਕਲੀਅਰ ਨਹੀਂ ਸੀਗੀ ਉਦੋਂ ਆਪਾਂ ਜਸਟ ਅੰਡਰ, ਜਸਟ ਓਵਰ, ਨੀਅਰਲੀ, ਸਲਾਈਟਲੀ, ਆਲਮੋਸਟ ਇਹੋ ਜਿਹੇ ਵਰਡ ਯੂਜ਼ ਕੀਤੇ ਨੇ। ਉਹਦੇ ਨਾਲ ਰੀਡਰ ਨੂੰ, ਜਿਹੜਾ ਤੁਹਾਡਾ ਐਗਜ਼ਾਮੀਨਰ ਆ, ਉਹਨੂੰ ਜ਼ਿਆਦਾ ਕਲੈਰਿਟੀ ਮਿਲਦੀ ਹੈਗੀ ਤੁਹਾਡਾ ਜਿਹੜਾ ਗ੍ਰਾਫ ਹੈ ਉਹਨੂੰ ਅੰਡਰਸਟੈਂਡ ਕਰਨ